ਦੰਦਾਂ ਦੀ ਦੇਖਭਾਲ ਬਹੁਤ ਹੀ ਜ਼ਰੂਰੀ ਮੁੱਦਾ ਹੈ ਤੇ ਬਹੁਤ ਹੀ ਮਹਿੰਗਾ ਵੀ। ਇਸ ਲਈ ਫੈਡਰਲ ਸਰਕਾਰ ਦਾ ਜਦੋਂ ਬਜਟ ਆਇਆ ਤਾਂ ਕਾਫੀ ਜ਼ਿਆਦਾ ਉਮੀਦ ਲੱਗ ਰਹੀ ਸੀ ਤੇ ਹੁਣ ਇਹ ਸਵਾਲ ਹੈ ਕਿ ਕੀ ਹੁਣ ਤੋਂ ਜਿਹੜੀ ਦੰਦਾਂ ਦੀ ਦੇਖਭਾਲ ਕਰਨੀ ਹੈ ਉਹ ਸਸਤੀ ਹੋਵੇਗੀ? ਕਿਹੜੀ ਉਮਰ ਦੇ ਲੋਕ ਇਸ ਸਸਤੀ ਵਾਲੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋਣਗੇ? ਇਸ ਸੰਬੰਧੀ ਗੱਲਬਾਤ ਕੀਤੀ ਸ਼ਾਈਨ ਡੈਂਟਲ ਕਲੀਨਿਕ ਦੇ ਜਿਹੜੇ ਡਾਕਟਰ ਨੇ ਸਤਪ੍ਰੀਤ ਸਿੰਘ, ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ। ਆਓ ਦੇਖਦੇ ਹਾਂ ਡਾਕਟਰ ਸਤਪ੍ਰੀਤ ਦਾ ਇਸ ਸੰਬੰਧੀ ਕੀ ਕੁਝ ਕਹਿਣਾ ਹੈ। ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਡੈਂਟਲ ਕੇਅਰ ਦਾ। ਡੈਂਟਲ ਕੇਅਰ ਨੂੰ ਲੈ ਕੇ ਜਿੰਨੇ ਜ਼ਿਆਦਾ ਖਰਚੇ ਨੇ, ਸਭ ਤੋਂ ਜ਼ਿਆਦਾ ਮਹਿੰਗੀ ਹੈ ਇਸ ਵੇਲੇ ਜਿਹੜੀ ਹੈ ਉਹ ਡੈਂਟਲ ਕੇਅਰ ਬਣੀ ਹੋਈ ਹੈ, ਜਿਸ ਨੂੰ ਲੈ ਕੇ ਫੈਡਰਲ ਸਰਕਾਰ ਦਾ ਬਜਟ ਤਾਂ ਆ ਗਿਆ, ਜਿਸ ਵਿੱਚ ਫੈਡਰਲ ਸਰਕਾਰ ਨੇ ਇਹ ਗੱਲ ਕਬੂਲੀ ਵੀ ਹੈ ਕਿ ਹੁਣ ਡੈਂਟਲ ਕੇਅਰ ਨੂੰ ਕਾਫੀ ਜ਼ਿਆਦਾ ਜਿਹੜਾ ਸਟਰੋਂਗ ਕੀਤਾ ਜਾਏਗਾ ਤੇ ਇਹਦੇ ਵਿੱਚ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਹੋਏਗਾ। ਆਮ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਏਗਾ, ਕਿਹੜੀ ਕਿਹੜੀ ਕੈਟਾਗਰੀ ਇਸ ਦੇ ਵਿੱਚ ਸ਼ਾਮਿਲ ਹੋਏਗੀ, ਕਿਹੜਾ ਏਜ ਗਰੁੱਪ ਸ਼ਾਮਿਲ ਹੋਏਗਾ ਜਿਨ੍ਹਾਂ ਨੂੰ ਇਸ ਡੈਂਟਲ ਕੇਅਰ ਦਾ ਫਾਇਦਾ ਹੋਏਗਾ, ਇਹ ਜਾਣਨ ਦੇ ਲਈ ਅਸੀਂ ਪਹੁੰਚੇ ਹੋਏ ਹਾਂ ਸਰੀ ਦੇ ਵਿੱਚ ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਤੇ, ਜਿੱਥੇ ਸਾਡੇ ਨਾਲ ਡਾਕਟਰ ਸਤਪ੍ਰੀਤ ਸਿੰਘ ਜੀ ਜੁੜਨ ਜਾ ਰਹੇ ਨੇ। ਉਹਨਾਂ ਤੋਂ ਅਸੀਂ ਪ੍ਰੋਪਰ ਜਾਣਦੇ ਹਾਂ ਕਿ ਇਸ ਬਜਟ ਦਾ, ਇਸ ਡੈਂਟਲ ਕੇਅਰ ਦੇ ਲਈ ਖਾਸ ਤੌਰ ਤੇ ਜਿਹੜਾ ਬਜਟ ਲਿਆਂਦਾ ਉਹਦਾ ਆਮ ਲੋਕਾਂ ਨੂੰ ਫਾਇਦਾ ਕੀ ਹੋਏਗਾ। ਡਾਕਟਰ ਸਤਪ੍ਰੀਤ ਸਿੰਘ ਜੀ, ਇਹ ਸਭ ਤੋਂ ਵੱਡੀ ਖਬਰ ਹੈ ਜਿਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਇਹ ਦੱਸੋ ਕਿ ਫੈਡਰਲ ਸਰਕਾਰ ਦੇ ਵੱਲੋਂ ਬੇਸ਼ੱਕ ਕਿਹਾ ਜਾ ਰਿਹਾ ਵੀ ਡੈਂਟਲ ਕੇਅਰ ਨੂੰ ਬਹੁਤ ਜ਼ਿਆਦਾ ਹੁਲਾਰਾ ਮਿਲੇਗਾ, ਲੋਕੀ ਕੰਫਰਟੇਬਲ ਹੋ ਜਾਣਗੇ, ਇਹ ਫੈਡਰਲ ਸਰਕਾਰ ਦਾ ਬਜਟ ਕਿੰਨਾ ਕੁ ਕਿਫਾਇਤੀ ਹੈ ਲੋਕਾਂ ਲਈ ਤੇ ਕਿੰਨਾ ਕੁ ਸਸਤਾ ਹੈ? ਡੈਫੀਨੇਟਲੀ ਇੱਕ ਸ਼ਲਾਘਾਯੋਗ ਕਦਮ ਹੈ। ਅਸੀਂ ਖੁਸ਼ ਹੈਗੇ ਹਾਂ ਜਿਹੜੇ ਪਲਾਨ ਇੰਕਲੂਡ ਕੀਤਾ ਗਿਆ, ਬਟ ਬਹੁਤ ਸਾਰੇ ਅਨਨੋਨਸ ਨੇ ਅਜੇ ਵੀ ਜੋ ਕਿ ਗਵਰਨਮੈਂਟ ਨੂੰ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਹੌਲੀ ਹੌਲੀ ਹੋਣਗੇ। ਅਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਮਿਲਦੇ ਹਾਂ, ਐਵਰੀ ਡੇ ਸਾਡੇ ਕੋਲੇ ਪੇਸ਼ੈਂਟਸ ਆਉਂਦੇ ਆ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਡੈਂਟਲ ਕੇਅਰ। ਡੈਂਟਲ ਕੇਅਰ ਇਜ਼ ਐਕਸਪੈਂਸਿਵ। ਅਬਾਊਟ 30 ਤੋਂ 40% ਲੋਕਾਂ ਕੋਲੇ ਡੈਂਟਲ ਕਵਰੇਜ ਨਹੀਂ ਹੈਗੀ ਐਂਡ ਦੇ ਐਂਡ ਅਪ ਪੇਇੰਗ ਫਰਮ ਦਾ ਪਾਕਟ, ਵਿਚ ਇਜ਼ ਨਾਰਮਲ ਬੰਦੇ ਲਈ ਔਖਾ ਹੋ ਜਾਂਦਾ ਕਈ ਵਾਰੀ ਜਦੋਂ ਬਿੱਲ ਐਡ ਹੋਏ ਬਹੁਤ ਜ਼ਿਆਦਾ ਹੋ ਜਾਂਦਾ। ਬਟ ਜਿਹੜਾ ਗਵਰਨਮੈਂਟ ਵੱਲੋਂ ਪਲਾਨ ਆਇਆ ਹੈਗਾ ਉਹਦੇ ਵਿੱਚ ਅਜੇ ਤੇ ਹੈਗਾ ਕਿ ਇਸ ਸਾਲ ਦੇ ਐਂਡ ਤੱਕ 12 ਸਾਲ ਤੋਂ ਘੱਟ ਦੇ ਬੱਚਿਆਂ ਲਈ ਐਕਟਿਵ ਹੋਏਗੀ ਕਵਰੇਜ, ਅਗਲੇ ਸਾਲ ਤੋਂ ਫਿਰ 18 ਸਾਲ ਤੱਕ ਤੇ ਸੀਨੀਅਰਸ ਤੇ 2025 ਤੱਕ ਉਹ ਬਾਕੀ ਸਾਰਿਆਂ ਲਈ ਕਵਰੇਜ ਐਕਟਿਵ ਹੋਣ ਦੀ ਉਮੀਦ ਹੈਗੀ ਹੈ। ਵਧੀਆ ਕਦਮ ਹੈ, ਬਟ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਅਜੇ ਕਲੀਅਰ ਨਹੀਂ ਹੈਗੀਆਂ। ਐਨਡੀਪੀ ਦੇ ਨਾਲ ਪਹਿਲਾਂ ਤੋਂ ਹੀ ਸਮਝੌਤਾ ਕਰਕੇ ਵੀ ਗੱਲ ਕਹੀ ਗਈ ਸੀ 2025 ਤੱਕ ਦਾ ਜਿਹੜਾ ਸਮਝੌਤਾ ਹੋਇਆ। ਕੀ ਡੈਂਟਿਸਟ ਉਸ ਸਮਝੌਤੇ ਬਾਰੇ ਜਾਣਦੇ ਨੇ ਕਿ ਉਸ ਸਮਝੌਤੇ ਨਾਲ ਕੀ ਫਾਇਦਾ ਹੋਏਗਾ, ਕੀ ਉਹਦਾ ਨੁਕਸਾਨ ਹੈ, ਜਾਂ ਫਿਰ ਠੀਕ ਹੈ ਉਹ ਸਮਝੌਤਾ ਹੋਣਾ ਵਧੀਆ ਰਹਿ ਸਕਦਾ ਲੋਕਾਂ ਲਈ ਵੀ ਤੇ ਡਾਕਟਰਾਂ ਦੇ ਲਈ ਵੀ? ਨਹੀਂ, ਸਮਝੌਤਾ ਤੇ ਵਧੀਆ ਹੈਗਾ, ਬਟ ਸਾਨੂੰ ਅਜੇ ਇਹ ਨਹੀਂ ਪਤਾ ਕਿ ਕਵਰੇਜ ਕੀ ਹੋਣੀ ਹੈ, ਕਿੱਦਾਂ ਹੋਣਾ, ਬਟ ਡੈਫੀਨੇਟਲੀ ਕੁਝ ਬੈਨੀਫਿਟ ਤੇ ਹੋਏਗਾ। ਜਿਵੇਂ ਸਾਡੀ ਪੀਸੀ ਗਵਰਨਮੈਂਟ ਦਾ ਪਹਿਲੀ ਇੱਕ ਪਲਾਨ ਹੈਗਾ ਜਿਹੜੇ ਕਿ ਲੋ ਇਨਕਮ ਲੋਕਾਂ ਲਈ ਜਾਂ ਫਿਰ ਡਿਸੇਬਿਲਿਟੀ ਤੇ ਜਿਹੜੇ ਕਵਰੇਜ ਤੇ ਹੈਗੇ ਆ ਉਹਨਾਂ ਨੂੰ ਹੈਲਥ ਕੇਅਰ ਕਵਰੇਜ ਪ੍ਰੋਵਾਈਡ ਕਰਦੇ ਆ, ਡੈਂਟਲ ਕਵਰੇਜ ਪ੍ਰੋਵਾਈਡ ਕਰਦੇ ਆ, ਬਟ ਉਹ ਫੀ ਗਾਈਡ ਬਹੁਤ ਲੋ ਹੈਗੀ ਆ। ਉਹ ਜਿਹੜੇ ਨਾਰਮਲ ਇੰਸ਼ੋਰੈਂਸ ਕੰਪਨੀ ਜਿੰਨਾ ਪੇ ਕਰਦੀ ਅਰਾਊਂਡ 50% ਤੱਕ ਸਿਰਫ ਪੇ ਕਰਦੇ ਆ। ਸੋ ਬਹੁਤ ਸਾਰੇ ਡੈਂਟਿਸਟ ਉਹ ਵਾਲੇ ਪੇਸ਼ੈਂਟਸ ਨੂੰ ਅਸੈਪਟ ਨਹੀਂ ਕਰਦੇ। ਸੋ ਫੈਡਰਲ ਗਵਰਨਮੈਂਟ ਨੂੰ ਇਹ ਰੱਖਣਾ ਬਹੁਤ ਜ਼ਰੂਰੀ ਹੈ ਕਿ ਫੀ ਗਾਈਡ ਥੋੜੀ ਬੈਟਰ ਹੋਵੇ ਤਾਂ ਕਿ ਨਾਰਮਲ ਬੰਦੇ ਨੂੰ ਕੋਈ ਫਾਇਦਾ ਪਹੁੰਚ ਸਕੇ, ਨਹੀਂ ਤੇ ਫਿਰ ਦੇ ਵਿਲ ਐਂਡ ਅਪ ਉਹਨੂੰ ਆਪਣੀ ਪਾਕਟ 'ਚ ਫਿਰ ਵੀ ਕੁਝ ਦੇਣਾ ਪੈ ਸਕਦਾ। ਬਟ ਡੈਫੀਨੇਟਲੀ ਨਾਰਮਲ ਬੰਦੇ ਨੂੰ ਫਾਇਦਾ ਹੋਏਗਾ, ਇਹ ਜ਼ਰੂਰੀ ਹੈ। ਡੈਂਟਲ ਕੇਅਰ ਇਜ਼ ਵੈਰੀ ਇੰਪੋਰਟੈਂਟ। ਅਸੀਂ ਦੇਖਦੇ ਹਾਂ ਡੈਂਟਲ ਕੇਅਰ ਜਿਹੜੀ ਹੈ ਓਵਰਆਲ ਹੈਲਥ ਨਾਲ ਬਹੁਤ ਜ਼ਰੂਰੀ ਹੈ। ਜਿਹਦੇ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਉਹ ਲੋਕ ਜਿਹੜੇ ਆ ਐਮਰਜੈਂਸੀ 'ਚ ਐਂਡ ਅਪ ਕਰਦੇ ਨੇ। ਜਦੋਂ ਐਮਰਜੈਂਸੀਜ਼ ਐਂਡ ਅਪ ਕਰਦੇ ਉੱਥੇ ਵੇਟ ਟਾਈਮ ਇੰਕਰੀਜ਼ ਹੁੰਦਾ। ਉਹ ਹੁੰਦਾ ਕਿ ਦੰਦ ਦੀ ਪੇਨ ਹੁੰਦੀ ਜੋ ਕਿ ਡੈਂਟਲ ਕਲੀਨਿਕ ਦੇ ਵਿੱਚ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ। ਜਦੋਂ ਨਹੀਂ ਹੁੰਦਾ ਉਹ ਐਮਰਜੈਂਸੀ ਜਾਂਦੇ ਨੇ। ਉਹ ਇਹ ਫੈਸਲੇ ਦਾ ਨਾ ਸਿਰਫ ਲੋਕਾਂ ਦੀ ਡੈਂਟਲ ਹੈਲਥ ਨੇ ਬਟ ਓਵਰਆਲ ਹੈਲਥ ਤੇ ਵੀ ਬਹੁਤ ਫਰਕ ਪਏਗਾ। ਜਿਹੜੇ ਲੋ ਐਂਡ ਮਿਡਲ ਇਨਕਮ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਹੈ ਡੈਂਟਲ ਕੇਅਰ ਦੇ ਵਿੱਚ ਕਿਵੇਂ ਦਾ ਬਦਲਾਅ ਜਿਹੜਾ ਇਸ ਫੈਸਲੇ ਦੇ ਨਾਲ ਆਏਗਾ, ਕਿ ਉਹਨਾਂ ਨੂੰ ਕੋਈ ਫਾਇਦਾ ਹੈ ਇਸ ਵਿੱਚ? ਹਾਂਜੀ, ਡੈਫੀਨੇਟਲੀ ਫਾਇਦਾ ਤੇ ਹੈਗਾ। ਇੰਸ਼ੋਰੈਂਸ ਕਵਰਡ ਹੋਏਗਾ, ਉਹਨਾਂ ਨੂੰ ਆਪਣੇ ਪਾਕਟ 'ਚ ਨਹੀਂ ਕੁਝ ਪੇ ਕਰਨਾ ਪਏਗਾ। ਜਿਵੇਂ ਐਕਸਟ੍ਰੈਕਸ਼ਨ ਹੈ, ਨਾਰਮਲ ਦੰਦ ਕਢਾਉਣ ਦੀ ਫੀਸ ਹੀ ਬਹੁਤ ਜ਼ਿਆਦਾ ਪੈ ਜਾਂਦੀ ਕਈ ਵਾਰੀ। ਨਾਰਮਲ ਬੰਦਾ ਜਿਹੜਾ ਕਿ ਮਿਨੀਮਮ ਵੇਜ 'ਤੇ ਕੰਮ ਕਰਦਾ ਅਫੋਰਡ ਨਹੀਂ ਕਰ ਸਕਦਾ। ਸੋ ਡੈਫੀਨੇਟਲੀ ਫਾਇਦਾ ਹੋਏਗਾ ਐਂਡ ਇਹ ਜ਼ਰੂਰੀ ਕਦਮ ਹੈ। ਬਟ ਇਹਦੇ ਵਿੱਚ ਹੁਣ ਸਾਨੂੰ ਕਲੀਅਰ ਨਹੀਂ ਹੈਗਾ, ਜਦੋਂ ਜ਼ਿਆਦਾ ਕਲੈਰਿਟੀ ਹੋਏਗੀ ਅਸੀਂ ਜ਼ਿਆਦਾ ਬੈਟਰ ਕਮੈਂਟ ਕਰ ਸਕਦੇ ਹਾਂ। ਜੀ, ਡੈਂਟਲ ਪਲਾਨ ਦੇ ਵਿੱਚ ਕਵਰ ਕੀ ਹੋਏਗਾ ਸਤਪ੍ਰੀਤ ਜੀ, ਔਰ ਖਾਸ ਤੌਰ ਦੇ ਉੱਤੇ ਏਜ ਗਰੁੱਪ ਦਾ ਸਾਨੂੰ ਥੋੜਾ ਜਿਹਾ ਦੱਸੋ, ਕਿਹੜੇ ਏਜ ਗਰੁੱਪ? ਕਿਉਂਕਿ ਥੋੜੇ ਜਿਹੇ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੂੰ ਏਜ ਗਰੁੱਪ ਬਾਰੇ ਹਜੇ ਪਤਾ ਨਹੀਂ ਚੱਲ ਰਿਹਾ। ਹਰ ਕੋਈ ਪੁੱਛ ਰਿਹਾ ਕਿ ਪਤਾ ਨਹੀਂ ਅਸੀਂ ਇਸ ਦੇ ਵਿੱਚ ਸ਼ਾਮਿਲ ਹਾਂ ਜਾਂ ਨਹੀਂ। ਸੋ ਆਈ ਥਿੰਕ ਡਾਕਟਰ ਸਤਪ੍ਰੀਤ ਜੀ ਤੁਸੀਂ ਇਸ ਸੰਬੰਧੀ ਬੈਟਰ ਸਮਝਾ ਸਕਦੇ ਹੋ। ਸਾਡੇ ਕੋਲ ਰੈਡੀ ਪੇਸ਼ੈਂਟਸ ਦੇ ਫੋਨ ਆਉਂਦੇ ਆ ਕਿ ਡਾਕਟਰ ਸਾਹਿਬ ਕਵਰੇਜ ਤੇ ਸ਼ੁਰੂ ਹੋ ਗਈ, ਕੰਮ ਕਰ ਦਿਓ, ਬਟ ਅਜੇ ਕਵਰੇਜ ਸ਼ੁਰੂ ਨਹੀਂ ਹੋਈ। ਇਸ ਸਾਲ ਦੇ ਐਂਡ ਤੱਕ ਯਾਨੀ ਕਿ 2022 ਦੇ ਐਂਡ ਤੱਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕਵਰੇਜ
ਕਵਰੇਜ ਐਕਟਿਵ ਹੋਏਗੀ। ਉਹਦੇ 'ਚ ਗਵਰਨਮੈਂਟ ਨੇ ਕੈਪ ਲਗਾਇਆ ਕਿ ਫੈਮਿਲੀ ਇਨਕਮ $90,000 ਤੱਕ ਹੋਣੀ ਚਾਹੀਦੀ ਹੈ, ਉਹ ਤੋਂ ਉੱਤੇ ਕਵਰਡ ਨਹੀਂ ਹੋਣਾ। ਤੇ ਸੈਕਿੰਡ ਥਿੰਗ ਇਹ ਵੀ ਹੈਗਾ ਜਿਹਦੀ ਇਨਕਮ $70,000 ਤੋਂ ਘੱਟ ਹੈਗੀ ਹੈ ਉਹਨੂੰ ਕੋ-ਪੇ ਨਹੀਂ ਦੇਣੀ ਪਏਗੀ। ਜਿਵੇਂ ਕੋਈ ਇੰਸ਼ੋਰੈਂਸ 80% 90% ਕਵਰ ਕਰਦੀ ਹੈ, ਬਾਕੀ ਮੋਸਟ ਲਾਈਕਲੀ ਜੋ ਕੋ-ਪੇ ਦਾ ਮਤਲਬ ਹੁੰਦਾ ਉਹਨਾਂ ਨੂੰ ਨਹੀਂ ਪੇ ਕਰਨਾ ਪਊਗਾ ਅਗਲੇ ਸਾਲ ਤੋਂ, ਯਾਨੀ ਕਿ 2023 ਐਂਡ ਤੱਕ। ਜਿਹੜਾ ਹੈਗਾ 18 ਸਾਲ ਦੀ ਉਮਰ ਤੱਕ ਜਿਹੜੇ ਡਿਸੇਬਿਲਿਟੀ ਤੇ ਲੋਕ ਨੇ ਤੇ ਸੀਨੀਅਰਸ ਨੇ ਉਹ ਕਵਰਡ ਹੋਣਗੇ। ਤੇ 2025 ਤੱਕ ਫੁੱਲ ਇੰਪਲੀਮੈਂਟੇਸ਼ਨ ਹੋਏਗੀ ਜਿਹਦੇ 'ਚ ਹਰ ਕੋਈ ਕਵਰਡ ਹੋਏਗਾ, ਬਟ 90,000 ਇਨਕਮ ਤੋਂ ਫੈਮਿਲੀ ਇਨਕਮ ਤੋਂ ਥੱਲੇ ਵਾਲੇ। ਬਟ ਕੀ ਕਵਰ ਹੋਏਗਾ ਵੀ ਡੋਂਟ ਹੈਵ ਐਨੀ ਆਈਡੀਆ, ਕੋਈ ਕਲੈਰਿਟੀ ਨਹੀਂ ਹੈਗੀ ਹੈ, ਉਹਦਾ ਅਜੇ ਡਿਟੇਲਸ ਨਹੀਂ ਆਈਆਂ। ਕੀ ਲੱਗਦਾ ਕਦੋਂ ਤੱਕ ਤੁਹਾਡੇ ਕੋਲ ਡਿਟੇਲ ਪਹੁੰਚ ਸਕਦੀਆਂ ਨੇ? ਜਦੋਂ ਗਵਰਨਮੈਂਟ ਤੇ ਡਿਪੈਂਡ ਕਰਦਾ, ਹੋਪਫੁਲੀ 1-2-3 ਮਹੀਨੇ ਤੱਕ ਤੇ ਹੋ ਜਾਣਾ ਚਾਹੀਦਾ। ਜੇ ਸਾਲ ਦੇ ਐਂਡ ਤੱਕ ਕਵਰੇਜ ਐਕਟਿਵ ਹੋਣੀ ਹੈ ਤੇ ਉਸ ਤੋਂ ਪਹਿਲੇ ਤੱਕ 2-3 ਮਹੀਨੇ ਤੱਕ ਮਤਲਬ ਜੁਲਾਈ ਅਗਸਤ ਤੱਕ ਹੋਪਫੁਲੀ ਡਿਟੇਲਸ ਆ ਜਾਣੀਆਂ ਚਾਹੀਦੀਆਂ। ਇੱਕ ਡੈਂਟਿਸਟ ਇਸ ਗੱਲ ਨੂੰ ਬਿਹਤਰ ਜਾਣਦੇ ਹੋਣਗੇ ਕਿ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਸਿਰਫ ਕਾਗਜ਼ੀ ਫੈਸਲਾ ਹੈ, ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਦੇਣ ਵਾਲਾ ਫੈਸਲਾ ਹੈ, ਜਾਂ ਫਿਰ ਵਾਕਈ ਲੰਬੇ ਸਮੇਂ ਤੱਕ ਇਸ ਦੇ ਫਾਇਦੇ ਜਿਹੜੇ ਨੇ ਉਹ ਦਿਖਾਈ ਦੇਣਗੇ? ਅਸੀਂ ਉਮੀਦ ਤੇ ਇਹੀ ਕਰਾਂਗੇ ਕਿ ਲੰਬੇ ਸਮੇਂ ਤੱਕ ਹੋਏ। ਜਿੱਥੋਂ ਤੱਕ ਅਜੇ ਤੱਕ ਲੱਗ ਰਿਹਾ ਗਵਰਨਮੈਂਟ ਦੀ ਇੰਟੈਂਟ ਅੱਛੀ ਹੈਗੀ ਹੈ। ਬਜਟ ਅਪਰੂਵ ਹੋ ਚੁੱਕਾ ਹੈਗਾ, ਬਜਟ ਪੇਸ਼ ਥੋੜੇ ਦਿਨ ਪਹਿਲੇ ਹੋਇਆ ਸੀਗਾ ਫੈਡਰਲ ਬਜਟ, ਉਹ ਅਪਰੂਵ ਹੋ ਚੁੱਕਾ ਹੈ, ਉਹ ਪਾਸ ਹੋ ਚੁੱਕਾ ਹੈ। ਕੁਛ ਆਈ ਥਿੰਕ $3.5 ਬਿਲੀਅਨ ਆਲਰੇਡੀ ਡੈਂਟਲ ਕੇ ਲਈ ਅਪਰੂਵ ਹੋ ਚੁੱਕਿਆ ਹੈ। ਸੋ ਇੰਟੈਂਟ ਵਧੀਆ ਹੈਗੀ ਐਂਡ ਵੀ ਹੋਪ ਕਿ ਇਹ ਅੱਗੇ ਕੰਟੀਨਿਊ ਰਹੇਗਾ ਐਂਡ ਰਹਿਣਾ ਚਾਹੀਦਾ ਵੀ ਹੈ। ਬਿਲਕੁਲ। ਬਜ਼ੁਰਗਾਂ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਹੁੰਦੀਆਂ ਨੇ ਸਤਪ੍ਰੀਤ ਜੀ, ਉਹ ਕਹਿੰਦੇ ਕਿ ਸਾਨੂੰ ਇੱਕ ਦੰਦ ਕਢਾਉਣਾ ਜਿਹੜਾ ਹੈ ਉਹੀ ਇੰਨਾ ਮਹਿੰਗਾ ਪੈ ਜਾਂਦਾ ਹੈ, ਫਿਰ ਉਹਨਾਂ ਨੂੰ ਇੰਡੀਆ ਜਾਣਾ ਪੈਂਦਾ ਹੈ। ਇੰਡੀਆ ਜਾ ਕੇ ਉਹ ਕਰਵਾ ਕੇ ਆਉਂਦੇ ਨੇ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਦੇ ਪੈਸੇ ਖਰਚ ਹੁੰਦੇ ਨੇ ਵਿਚਾਰਿਆਂ ਦੇ। ਸੋ ਕੀ ਹੁਣ ਉਹਨਾਂ ਨੂੰ ਬੈਨੀਫਿਟ ਮਿਲੇਗਾ ਇਹਦੇ ਵਿੱਚ? ਕਿਉਂਕਿ ਬਹੁਤ ਸਾਰੇ ਚਾਹੇ ਉਹ ਵਿਜ਼ਟਰ ਆਉਂਦੇ ਨੇ ਜਾਂ ਵਰਕ ਪਰਮਿਟ ਦੇ ਉੱਤੇ ਜਾਂ PR ਵਾਲੇ ਨੇ ਜਾਂ ਫਿਰ ਸਿਟੀਜ਼ਨ ਨੇ, ਸਾਰਿਆਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ? ਵਿਜ਼ਿਟਰ ਮੈਨੂੰ ਨਹੀਂ ਲੱਗਦਾ ਵਿਜ਼ਿਟਰ ਨੂੰ ਫਾਇਦਾ ਮਿਲੂਗਾ ਹੁਣ, ਕਿਉਂਕਿ ਆਲਰੇਡੀ ਜਿਹੜਾ ਮੈਡੀਕਲ ਪਲਾਨ ਹੈਗਾ ਜਿਵੇਂ MSP ਪਲਾਨ ਹੈ BC ਗਵਰਨਮੈਂਟ ਦਾ, ਉਹ ਵਿਜ਼ਿਟਰ ਕਵਰ ਨਹੀਂ ਕਰਦਾ, ਬਟ ਜਿਹਦੇ ਕੋਈ ਹੈਲਥ ਨੰਬਰ ਹੁੰਦਾ ਉਹ ਕਵਰਡ ਹੋਏਗਾ। ਸੋ ਇਹਦੇ ਅਕੋਰਡਿੰਗਲੀ ਸਟੂਡੈਂਟਸ ਐਂਡ ਵਰਕ ਪਰਮਿਟ ਵਾਲੇ PR ਤਾਂ ਓਬਵੀਅਸਲੀ ਸਿਟੀਜ਼ਨਸ ਅਪਰੂਵ ਹੋਣੇ, ਕਵਰ ਹੋਣੇ ਚਾਹੀਦੇ ਆ, ਬਟ ਆਈ ਡੋਂਟ ਥਿੰਕ ਵਿਜ਼ਿਟਰ ਕਵਰਡ ਨਹੀਂ ਹੋਣੇ। ਤੇ ਇਹਨਾਂ ਨੂੰ ਆਈ ਥਿੰਕ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਲੋੜ ਉਹਨਾਂ ਨੂੰ ਹੈਗੀ ਹੈ। ਸਾਰੀ ਉਮਰ ਜਿਨ੍ਹਾਂ ਨੇ ਕੰਮ ਕੀਤਾ, ਟੈਕਸ ਪੇ ਕੀਤੇ, ਆਪਣੀ ਉਹ ਫੈਮਿਲੀ ਤੇ ਰਿਲਾਈ ਕਰਨਾ ਨਹੀਂ ਵੀ ਚਾਹੁੰਦੇ ਕਈ ਵਾਰੀ ਇੰਡੀਆ ਛੱਡ ਕੇ ਆਏ ਨੇ, ਉਹ ਆਪਣੇ ਬੱਚਿਆਂ ਤੇ ਬੋਝ ਵੀ ਨਹੀਂ ਪਾਉਣਾ ਚਾਹੁੰਦੇ। ਅਸੀਂ ਬਹੁਤ ਵਾਰੀ ਦੇਖਦੇ ਹਾਂ ਕਈ ਪੇਰੈਂਟਸ ਆਉਂਦੇ ਉਹ ਸਿਰਫ ਇਸ ਕਰਕੇ ਕੰਮ ਨਹੀਂ ਕਰਾਉਂਦੇ ਕਿ ਮੇਰੇ ਬੱਚੇ ਤੇ ਬੋਝ ਪਊਗਾ, ਮੇਰੇ ਮੁੰਡੇ ਕੁੜੀ ਤੇ ਬੋਝ ਪਊਗਾ, ਉਹ ਨਹੀਂ ਚਾਹੁੰਦੇ। ਸੋ ਆਪਣੀ ਡੈਂਟਲ ਹੈਲਥ ਨੂੰ ਨਿਗਲੈਕਟ ਕਰਦੇ ਆ। ਉਹ ਕਈ ਵਾਰੀ ਇਨਫੈਕਸ਼ਨ, ਸਵੈਲਿੰਗ, ਬਹੁਤ ਕੁਝ ਪ੍ਰੋਬਲਮਸ ਆ ਸਕਦੀਆਂ। ਬਟ ਹੁਣ ਜੇ ਇਹ ਕਵਰਡ ਹੋਏਗਾ, ਇੱਕ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਸੀ ਮੈਂ, ਓਰਲ ਹੈਲਥ ਔਰ ਜਿਹੜੀ ਓਰਲ ਹੈਲਥ ਹੈ ਓਵਰਆਲ ਹੈਲਥ ਨਾਲ ਬਹੁਤ ਜ਼ਰੂਰੀ ਹੈ। ਦੰਦਾਂ ਦੀਆਂ ਬਿਮਾਰੀਆਂ, ਹਾਰਟ ਦੀ ਪ੍ਰੋਬਲਮ ਨਾਲ ਰਿਲੇਟਡ ਕੀਤੀਆਂ ਗਈਆਂ, ਕਈ ਦਿਮਾਗੀ ਪ੍ਰੋਬਲਮਸ ਨਾਲ ਵੀ ਰਿਲੇਟਡ ਕੀਤੀਆਂ ਗਈਆਂ। ਸੋ ਜਦੋਂ ਡੈਂਟਲ ਬੈਨੀਫਿਟਸ ਹੋਣਗੇ, ਓਰਲ ਹੈਲਥ ਵਧੀਆ ਹੋਏਗੀ, ਓਵਰਆਲ ਹੈਲਥ ਵੀ ਵਧੀਆ ਹੋਏਗੀ। ਸ਼ੁਰੂਆਤ 'ਚ ਡੈਫੀਨੇਟਲੀ ਗਵਰਨਮੈਂਟ ਦੇ ਪੈਸੇ ਲੱਗਣਗੇ, ਬਟ ਲੌਂਗ ਟਰਮ ਵਿੱਚ ਇਹ ਸੇਵਿੰਗ ਹੀ ਹੋਏਗੀ। ਜੀ ਡਾਕਟਰ ਸਤਪ੍ਰੀਤ ਜੀ, ਆਖਰੀ ਸਵਾਲ ਇਹ ਹੈ ਕਿ ਡਾਕਟਰਾਂ ਦੀ ਅਸੀਂ ਸ਼ਾਰਟੇਜ ਦੇਖੀ ਹੈ, ਫੈਮਿਲੀ ਡਾਕਟਰ ਤਾਂ ਬਿਲਕੁਲ ਮਿਲ ਹੀ ਨਹੀਂ ਰਿਹਾ ਅੱਜ ਕੱਲ੍ਹ। ਇੱਕ ਪਾਸੇ ਡਾਕਟਰੀ ਜਿਹੜੀ ਹੈ ਉਹ ਸ਼ਾਰਟੇਜ ਹਜੇ ਪੂਰੀ ਨਹੀਂ ਹੋਈ, ਅਜਿਹੇ ਦੇ ਵਿੱਚ ਅਨਾਊਂਸਮੈਂਟ ਹੋ ਗਈ ਕਿ ਡੈਂਟਲ ਕੇਅਰ ਦੇ ਵਿੱਚ ਵੀ ਡਾਕਟਰਾਂ ਦੀ ਘਾਟ ਹੈਗੀ ਹੈ। ਕਿਉਂਕਿ ਜੇ ਇਹ ਫਾਇਦੇਮੰਦ ਹੁੰਦਾ ਹੈ, ਸਹੀ ਨਿਕਲਦਾ ਹੈਗਾ ਡੈਂਟਲ ਕੇਅਰ ਦਾ ਜਿੰਨਾ ਵੀ ਪਲਾਨ ਹੈ, ਆਫ ਕੋਰਸ ਲੋਕਾਂ ਦੀ ਭੀੜ ਤਾਂ ਪਏਗੀ। ਤੇ ਅਸੀਂ ਦੇਖ ਰਹੇ ਹਾਂ ਵੀ ਲੋਅਰ ਮੇਨਲੈਂਡ ਦੇ ਵਿੱਚ ਤਾਂ ਫਿਰ ਵੀ ਕਿਤੇ ਨਾ ਕਿਤੇ ਡੈਂਟਿਸਟ ਮਿਲ ਜਾਂਦੇ ਨੇ, ਜਿਹੜੇ ਆਊਟਰ ਏਰੀਆਜ਼ ਨੇ, ਰੂਰਲ ਏਰੀਆਜ਼ ਦੇ ਵਿੱਚ ਨੇ, ਉੱਥੇ ਤਾਂ ਕੋਈ ਡਾਕਟਰ, ਕੋਈ ਡੈਂਟਿਸਟ ਉੱਥੇ ਦਿਖਾਈ ਨਹੀਂ ਦਿੰਦਾ। ਤੇ ਇਸ ਕਮੀ ਨੂੰ ਫਿਰ ਕਿਵੇਂ ਪੂਰਾ ਕੀਤਾ ਜਾਏ? ਐਜ਼ ਅ ਡੈਂਟਿਸਟ ਤੁਸੀਂ ਕੀ ਸੋਚਦੇ ਹੋ ਇਸ ਸੰਬੰਧੀ? ਗਵਰਨਮੈਂਟ ਆਫ ਆਪਣੀ ਕੈਨੇਡਾ ਦਾ ਨੈਸ਼ਨਲ ਡੈਂਟਲ ਬੋਰਡ ਆਫ ਕੈਨੇਡਾ ਦਾ ਇੱਕ ਪਲਾਨਸ ਹੈਗੇ ਆ ਜਿਹਦੇ 'ਚ ਡੈਂਟਲ ਲਾਇਸੈਂਸ ਦਿੰਦੇ ਆ ਨਵੇਂ ਗ੍ਰੈਜੂਏਟਸ ਨੂੰ ਜਿਹੜੇ ਫੋਰਨ ਕੰਟਰੀਜ਼ ਤੋਂ ਆਉਂਦੇ ਆ। ਕੈਨੇਡਾ ਵਿੱਚ ਡੈਂਟਿਸਟ ਦੀ ਕਮੀ ਨਹੀਂ ਹੈਗੀ, ਬਸ਼ਰਤੇ ਉਹ ਲਾਇਸੈਂਸ ਡੈਂਟਿਸਟ। ਹੁਣ ਅਸੀਂ ਦੇਖਦੇ ਹਾਂ ਇੰਡੀਆ ਤੋਂ ਜਾਂ ਹੋਰ ਕਿਸੇ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਡੈਂਟਿਸਟ ਆਉਂਦੇ ਨੇ ਜਿਹੜੇ ਕਿ ਆਪਣੇ ਐਗਜ਼ਾਮ ਨਾ ਕਲੀਅਰ ਹੋਣ ਕਰਕੇ ਐਂਡ ਟੈਕਸੀ ਡਰਾਈਵ ਕਰਦੇ ਆ ਜਾਂ ਟਰੱਕ ਚਲਾਉਣ, ਜੋ ਕਿ ਬਹੁਤ ਜ਼ਰੂਰੀ ਬਿਜ਼ਨਸਿਸ ਨੇ, ਬਟ ਉਹ ਡੈਂਟਲ ਹੈਲਥ ਪ੍ਰੋਵਾਈਡ ਨਹੀਂ ਕਰ ਸਕਦੇ। ਸੋ ਨੈਸ਼ਨਲ ਬੋਰਡ ਜਾਂ ਗਵਰਨਮੈਂਟ ਆਫ ਕੈਨੇਡਾ ਨੂੰ ਇਹਦੇ ਵੱਲ ਵੀ ਇੱਕ ਧਿਆਨ ਦੇਣਾ ਪਊਗਾ ਕਿ ਡੈਂਟਿਸਟ ਦੀ ਕਮੀ ਦੂਰ ਕੀਤੀ ਜਾਏ। ਤੁਹਾਡੀ ਗੱਲ ਸਹੀ ਹੈ ਕਿ ਲੋਅਰ ਮੇਨਲੈਂਡ 'ਚ ਡੈਂਟਿਸਟ ਹੈਗੇ ਨੇ, ਬਹੁਤ ਨੇ, ਬਟ ਇੱਥੇ ਵੀ ਡੈਂਟਿਸਟ ਲੱਭਣਾ ਇਟਸ ਨਾਟ ਈਜ਼ੀ। ਲੋਕਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ, ਸਪੈਸ਼ਲੀ ਐਮਰਜੈਂਸੀ 'ਚ ਲੋਕ ਕਈ ਵਾਰੀ ਪੇਨ 'ਚ ਰਹਿੰਦੇ ਨੇ, ਐਮਰਜੈਂਸੀ ਜਾਣਾ ਪੈਂਦਾ। ਬਟ ਦੂਜੀ ਗੱਲ ਜੇ ਰੂਰਲ ਏਰੀਆਜ਼ ਚੱਲ ਗਏ, ਉੱਥੇ ਤੇ ਹੋਰ ਜ਼ਿਆਦਾ ਟਰਬਲ ਹੈਗੀ ਹੈ। ਇੱਥੋਂ ਤੱਕ ਦੇਖਿਆ ਗਿਆ ਲੋਕਾਂ ਨੂੰ 100 ਕਿਲੋਮੀਟਰ ਤੱਕ ਟਰੈਵਲ ਕਰਨਾ ਪੈਂਦਾ ਜਸਟ ਆਪਣੇ ਇੱਕ ਦੰਦ ਠੀਕ ਕਰਵਾਉਣ ਲਈ। ਸੋ ਜਾਂ ਇੱਕ ਪਾਲਿਸੀ ਬਣਾਉਣੀ ਚਾਹੀਦੀ ਗਵਰਨਮੈਂਟ ਨੂੰ, ਜਿੱਥੇ ਕਿ ਜਿਹੜੇ ਨਵੇਂ ਗ੍ਰੈਜੂਏਟਸ ਨੇ ਉਹਨਾਂ ਨੂੰ ਕੁਝ ਸਾਲ ਲਈ ਸ਼ਾਇਦ ਉਹਦੇ 'ਚ ਰੂਰਲ ਏਰੀਆ 'ਚ ਪ੍ਰੈਕਟਿਸ ਕਰਨੀ ਕਿਹਾ ਜਾਏ। ਸੋ ਇਹ ਬਹੁਤ ਕੁਝ ਡਿਪੈਂਡ ਕਰਦਾ ਗਵਰਨਮੈਂਟ ਆਫ ਕੈਨੇਡਾ ਦੀ ਪਾਲਿਸੀ 'ਤੇ। ਸੋ ਡੈਫੀਨੇਟਲੀ ਡੈਂਟਿਸਟ ਮੋਰ ਚਾਹੀਦੇ ਨੇ। ਜੇ ਹੁਣ ਅਸੀਂ ਕਹਿੰਦੇ ਹਾਂ ਕਿ 60% ਲੋਕਾਂ ਕੋਲ ਇੰਸ਼ੋਰੈਂਸ ਹੈ, 40% ਕੋਲ ਨਹੀਂ ਹੈਗੀ, ਜਦੋਂ ਉਹਨਾਂ 40% ਕੋਲ ਆਉਂਦੀ ਹੈ ਉਹ ਡੈਂਟਿਸਟ ਲੱਭਣਗੇ।
ਸੋ ਉਹਦੇ ਲਈ ਸਾਨੂੰ ਨਵੇਂ ਡੈਂਟਿਸਟ ਚਾਹੀਦੇ ਨੇ, ਨਵੇਂ ਗ੍ਰੈਜੂਏਟਸ ਚਾਹੀਦੇ ਨੇ। ਗਵਰਨਮੈਂਟ ਨੂੰ ਇਹਦੇ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ। ਥੈਂਕ ਯੂ ਸੋ ਮਚ ਡਾਕਟਰ ਸਤਪ੍ਰੀਤ ਜੀ, ਗੱਲਬਾਤ ਕਰਨ। ਧੰਨਵਾਦ ਜੀ, ਥੈਂਕ ਯੂ ਤੁਹਾਡਾ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।